हाँ जी, डियर स्टूडेंट्स, ਤੁਹਾਡਾ ਸਵਾਗਤ ਹੈ। ਅੱਜ ਅਸੀਂ ਕੰਪਰੀਹੈਂਸਿਵ ਪੈਸੇਜ ਕਰਾਂਗੇ ਬਈ, ਜਿਹੜਾ ਕਿ 10 ਨੰਬਰ ਦਾ ਆਉਂਦਾ ਪੇਪਰਾਂ 'ਚ। ਇਹਦੇ ਵਿੱਚ ਇੱਕ ਪੈਰਾ ਦਿੱਤਾ ਹੁੰਦਾ, ਉਹ ਪੜ੍ਹ ਕੇ ਤੇ ਕੁਐਸਚਨ ਦੇ ਆਨਸਰ ਨੇ ਜਿਹੜੇ ਉਹ ਦੇਣੇ ਹੁੰਦੇ ਆ। ਤਾਂ ਦੇਖੋ ਹੈ, ਰੀਡ ਦਾ ਫਲੋਇੰਗ ਪੈਸੇਜ ਕੇਅਰਫੁਲੀ। ਹੇਠਾਂ ਦਿੱਤਾ ਪੈਰਾ ਧਿਆਨ ਨਾਲ ਪੜ੍ਹੋ ਐਂਡ ਆਨਸਰ ਦਾ ਕੁਐਸਚਨ ਦੈਟ ਫੋਲੋਜ਼, ਅਤੇ ਦਿੱਤੇ ਕੁਐਸਚਨਾਂ ਦੇ ਆਨਸਰ ਦਿਓ। ਤਾਂ ਸਭ ਤੋਂ ਪਹਿਲਾਂ ਹੈ, अर्ली राइजिंग लीड्स टू हैल्थ एंड हैप्पीनैस। सवेरे छेती उठना सेहत ਅਤੇ खुशी प्रदान करता है। द मैन who rises late can have little rest in the course of the day। ਉਹ ਵਿਅਕਤੀ ਜਿਹੜਾ ਦੇਰ ਨਾਲ ਉੱਠਦਾ ਹੈ, ਉਸ ਨੂੰ ਦਿਨ ਵਿੱਚ ਬਹੁਤ ਘੱਟ ਆਰਾਮ ਮਿਲ ਪਾਉਂਦਾ ਹੈ। Anyone who lies in the bed late is compelled to work till late hours in the evening। ਕੋਈ ਵੀ ਵਿਅਕਤੀ ਜਿਹੜਾ ਦੇਰ ਤੱਕ ਬਿਸਤਰੇ 'ਚ ਪਿਆ ਰਹਿੰਦਾ ਹੈ, ਉਸ ਨੂੰ ਸ਼ਾਮ ਨੂੰ ਦੇਰ ਤੱਕ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। He has to go without the evening exercise which is so necessary for his health। ਉਸ ਨੂੰ ਸ਼ਾਮ ਦੀ ਕਸਰਤ ਤੋਂ ਬਗੈਰ ਰਹਿਣਾ ਪੈਂਦਾ ਹੈ, ਜੋ ਕਿ ਉਸ ਦੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ। ਨੈਕਸਟ ਹੈ ਬਈ, in spite of all his efforts his work will not produce as good result as that of an early riser। ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦਾ ਕੰਮ ਇੰਨੇ ਚੰਗੇ ਨਤੀਜੇ ਨਹੀਂ ਦੇਵੇਗਾ ਜਿੰਨੇ ਚੰਗੇ ਕਿ ਸਵੇਰੇ ਜਲਦੀ ਉੱਠਣ ਵਾਲੇ ਦਾ। The reason for this is that he cannot take the advantage of the refreshing hours of the morning। ਇਸ ਦਾ ਕਾਰਨ ਇਹ ਹੈ ਕਿ ਉਹ ਸਵੇਰੇ ਦੇ ਤਰੋਤਾਜ਼ਾ ਤਰੋਤਾਜ਼ਾ ਕਰ ਦੇਣ ਵਾਲੇ ਘੰਟਿਆਂ ਦਾ ਲਾਭ ਨਹੀਂ ਲੈ ਸਕਦਾ। Some people say that the quiet hours of midnight is the best time for working। ਕੁਝ ਲੋਕ ਆਖਦੇ ਹਨ ਕਿ ਅੱਧੀ ਰਾਤ ਦੇ ਸ਼ਾਂਤ ਘੰਟੇ ਕੰਮ ਕਰਨ ਲਈ
ਸਭ ਤੋਂ ਵਧੀਆ ਸਮਾਂ ਹੁੰਦੇ ਹਨ। Several great thinkers say that they can write best only when they burn the midnight oil। ਕੁਝ ਮਹਾਨ ਵਿਚਾਰਕਾਂ ਦਾ ਕਹਿਣਾ ਹੈ ਕਿ ਉਹ ਸਭ ਤੋਂ ਵਧੀਆ ਤਦ ਹੀ ਲਿਖ ਸਕਦੇ ਹਨ ਜਦੋਂ ਉਹ ਰਾਤ ਨੂੰ ਦੇਰ ਤੱਕ ਕੰਮ ਕਰਦੇ ਹਨ। Yet it is true that a few men have a clear brain at midnight when the body needs rest and sleep। ਫਿਰ ਵੀ ਅਜਿਹਾ ਕਹਿਣਾ ਸੱਚ ਹੈ ਕਿ ਕੁਝ ਵਿਅਕਤੀਆਂ ਦਾ ਦਿਮਾਗ ਅੱਧੀ ਰਾਤ ਦੇ ਸਮੇਂ ਨਿਰਮਲ ਰਹਿੰਦਾ ਹੈ ਜਦੋਂ ਸਰੀਰ ਨੂੰ ਆਰਾਮ ਅਤੇ ਨੀਂਦਰ ਦੀ ਲੋੜ ਹੁੰਦੀ ਹੈ। Those who work at night soon ruin their health। ਜਿਹੜੇ ਲੋਕ ਉਸ ਸਮੇਂ ਕੰਮ ਕਰਦੇ ਹਨ, ਜਾਣੀ ਰਾਤ ਵੇਲੇ ਕੰਮ ਕਰਦੇ ਹਨ, ਉਹ ਬਹੁਤ ਹੀ ਛੇਤੀ ਆਪਣੀ ਸਿਹਤ ਖਰਾਬ ਕਰ ਲੈਂਦੇ ਹਨ। Bad health must in the long run have a bad effect on the quality of their work। ਭਵਿੱਖ ਵਿੱਚ ਮਾੜੀ ਸਿਹਤ ਉਹਨਾਂ ਦੇ ਕੰਮ ਦੀ ਗੁਣਵੱਤਾ ਉੱਪਰ ਬੁਰਾ ਪ੍ਰਭਾਵ ਪਾਉਂਦੀ ਹੈ। ਹਾਂਜੀ ਬੇਟਾ, ਫਸਟ ਕੁਐਸਚਨ ਹੈ what leads to health and happiness। what leads to health and happiness। ਇਹਦਾ ਆਨਸਰ ਦੇਖੋ ਬਈ, ਦੇਖੋ ਆਹ ਸੀਗਾ ਪਹਿਲੀ ਲਾਈਨ ਦੇ ਵਿੱਚ, ਆਹ ਸੀਗਾ early rising leads to health and happiness। second question ਬਈ, what is the late rises compelled to do। what is the late risers compelled to do। ਹਾਂਜੀ ਆ ਸੀਗਾ, ਇਹਦੇ ਵਿੱਚ ਤੁਸੀਂ ਲਿਖਣਾ ਹੈ, ਇਹ ਤੋਂ ਪਹਿਲਾਂ ਲਿਖਣਾ ਹੈ ਦਾ ਲੇਟ ਰਾਈਜ਼ਰ, ਇਹ ਤੋਂ ਪਹਿਲਾਂ ਲਿਖਣਾ ਹੈ ਦਾ ਲੇਟ ਤੋਂ ਬਾਅਦ ਲਿਖਣਾ ਹੈ ਰਾਈਜ਼ਰ। the late riser is compelled to work till late hours in the evening। next है भाई, complete the following sentence। the man who rises late cannot take the advantage of the refreshing hours of the morning।
ਆ ਸੀਗਾ ਬਈ ਲੇਟ ਆਰਸ ਰਿਫਰੈਸ਼ਿੰਗ ਆਰਸ ਆਫ ਦਾ ਮਾਰਨਿੰਗ ਆ ਸੀਗਾ। ਹਾਂਜੀ ਦੇਖੋ ਬੇਟਾ, some thinkers can write best when they burn the midnight oil। ਤਾਂ ਦੇਖੋ ਇਹਦੇ ਵਿੱਚ ਹੈਗਾ ਹੈ, ਦੇਖੋ ਬਈ when they burn the midnight oil। ठीक है भाई, ਅੱਗੇ ਚਲੋ, ਅੱਗੇ ਦੇਖੋ ਬੇਟਾ, ਅੱਗੇ ਮੈਚ ਹੈ। ਮੈਚ ਦਾ ਵਰਡ ਕਾਲਮ A ਵਿਦ ਕਾਲਮ B। ਸਿਨੋਨੀਅਮ ਸਮਾਨਾਰਥਕ। ਕੰਪੈਲਡ, ਕੰਪੈਲਡ ਮੀਨਸ ਫੋਰਸਡ, ਧੱਕਾ ਕਰਨਾ। ਕੰਪੈਲਡ ਮੀਨਸ ਫੋਰਸਡ ਆ ਸੀਗਾ। ਨੈਸੈਸਰੀ ਜ਼ਰੂਰੀ, ਇਸੈਂਸ਼ੀਅਲ ਜ਼ਰੂਰੀ, ਐਡਵਾਂਟੇਜ ਫਾਇਦਾ ਹੋਣਾ, ਕੋਈ ਫਾਇਦਾ, ਬੈਨੀਫਿਟ ਵੀ ਇਹੀ ਹੁੰਦਾ। ਰੂਇਨ ਡਿਸਟਰੋਏ ਕਰਨਾ, ਖਤਮ ਕਰਨਾ। ਠੀਕ ਹੈ ਭਾਈ, ਓਕੇ। ਤਾਂ ਬੇਟਾ ਇਹ ਸੈਕਿੰਡ ਪੈਸੇਜ ਹੈ ਵੀ ਤੁਹਾਡਾ। ਵਨ ਈਵਨਿੰਗ a boy of 8 was out for a walk with his father। ਇੱਕ ਸ਼ਾਮ, ਇੱਥੇ ਵੀ 8 ਨਹੀਂ ਹੈਗਾ, ਇਹ 3 ਹੈ। 3 ਇੱਕ ਸ਼ਾਮ ਇੱਕ 3 ਵਰ੍ਹਿਆਂ ਦਾ ਮੁੰਡਾ, 3 ਸਾਲਾਂ ਦਾ ਮੁੰਡਾ ਆਪਣੇ ਪਿਤਾ ਦੇ ਨਾਲ ਬਾਹਰ ਸੈਰ ਕਰ ਰਿਹਾ ਸੀ। There was also an elderly man with his father। ਉਸਦੇ ਪਿਤਾ ਨਾਲ ਇੱਕ ਐਲਡਰਲੀ ਬਜ਼ੁਰਗ ਬੰਦਾ ਸੀਗਾ, ਵੱਡੀ ਉਮਰ ਦਾ ਬੰਦਾ ਸੀ। ਚੈਟਿੰਗ ਗੱਲਾਂ ਕਰਦੇ ਹੋਏ। They walked on and went beyond the village। ਉਹ ਤੁਰਦੇ ਗਏ ਅਤੇ ਪਿੰਡ ਤੋਂ ਦੂਰ ਨਿਕਲ ਗਏ, ਯਾਨੀ ਗੱਲਾਂ ਕਰਦੇ ਕਰਦੇ ਉਹ ਪਿੰਡ ਤੋਂ ਦੂਰ ਨਿਕਲ ਗਏ। ਫਿਰ ਹੈਗਾ ਬਈ the green crops delighted their eyes। delighted the eyes, ਹਰੀਆਂ ਭਰੀਆਂ ਫਸਲਾਂ ਅੱਖਾਂ ਨੂੰ ਲੁਭਾ ਰਹੀਆਂ ਸਨ, ਜਾਣੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ, ਉਹਨਾਂ ਨੂੰ ਖਿੱਚ ਰਹੀਆਂ ਸਨ ਆਪਦੇ ਵੱਲ। ਫਿਰ ਹੈਗਾ ਬਈ the elders were walking along the edge of a field। ਜਿਹੜੇ ਵੱਡੇ ਸੀਗੇ, ਬਜ਼ੁਰਗ ਸੀਗੇ, ਇੱਕ ਖੇਤ ਦੇ ਕੰਢੇ ਕੰਢੇ ਤੁਰੇ ਜਾ ਰਹੇ ਸਨ। ਕੰਢੇ ਕੰਢੇ ਮਤਲਬ ਉਹ ਤੇ ਸਾਈਡ ਤੇ, ਵੱਟਾਂ ਦੇ ਉੱਤੇ, ਕਿਨਾਰੇ ਦੇ ਉੱਤੇ। The boy was sitting on the ground and seemed to be planting something। ਹਾਂਜੀ ਆ ਰਹਿ ਗਿਆ ਵੀ ਇੱਕ not hearing the footsteps of the boy, the father looked back। ਅੱਛਾ ਬਈ, ਮੁੰਡੇ ਦੇ ਕਦਮਾਂ ਦੀ ਆਵਾਜ਼ ਨਾ ਸੁਣ ਕੇ ਪਿਤਾ ਨੇ ਪਿੱਛੇ ਵੱਲ ਵੇਖਿਆ, ਪਿਤਾ ਨੇ ਪਿੱਛੇ ਦੇਖਿਆ। The boy was sitting on the ground and seemed to be
planting something. Seemed to be planting. The boy was sitting on the ground and seemed to be planting something. ਜਿਹੜਾ ਲੜਕਾ ਸੀ ਜ਼ਮੀਨ ਤੇ ਬੈਠਿਆ ਸੀ ਤੇ ਇਹ ਲੱਗ ਰਿਹਾ ਸੀ ਵੀ ਜਿਵੇਂ ਕੁਝ ਉਗਾ ਰਿਹਾ ਹੋਵੇ. The father became curious. The father became curious. ਪਿਤਾ ਉਤਸੁਕ ਹੋ ਉੱਠਿਆ. ਉਤਸੁਕ ਜਾਣਨ ਦੀ ਇੱਛਾ ਹੋਈ ਉਹਨੂੰ. What are you doing? ਤੂੰ ਕੀ ਕਰ ਰਿਹਾ ਹੈ? He said. ਉਸਨੇ ਕਿਹਾ look father. ਪਿਤਾ ਜੀ ਦੇਖੋ I shall grow guns all over the field. ਮੈਂ ਸਾਰੇ ਖੇਤ ਵਿੱਚ ਬੰਦੂਕਾਂ ਉਗਾਵਾਂਗਾ. ਮੁੰਡੇ ਨੇ ਕੀ ਕਿਹਾ ਬਈ? ਵੇਖੋ ਪਿਤਾ ਜੀ ਮੈਂ ਸਾਰੇ ਖੇਤ ਵਿੱਚ ਬੰਦੂਕਾਂ ਉਗਾਵਾਂਗਾ. was the innocent reply of the boy. ਮੁੰਡੇ ਦਾ ਇਹ ਭੋਲਾ ਭਾਲਾ ਜਵਾਬ ਸੀ. ਮੁੰਡੇ ਦਾ ਇਹ ਭੋਲਾ ਭਾਲਾ ਜਵਾਬ ਸੀ. His eyes shone with strong faith. His eyes shone with strong faith that guns would grow in the field. ਉਹਦੀਆਂ ਅੱਖਾਂ ਵਿੱਚ ਇਹ ਦ੍ਰਿੜ ਵਿਸ਼ਵਾਸ ਸੀ ਕਿ ਬੰਦੂਕਾਂ ਖੇਤਾਂ ਵਿੱਚ ਉੱਗਣਗੀਆਂ. ਖੇਤ ਵਿੱਚ ਉੱਗਣਗੀਆਂ. both the elders were struck with wonder at the little boy's words. ਦੋਵੇਂ ਬਜ਼ੁਰਗ ਛੋਟੇ ਬੱਚੇ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ. The boy was ਭਗਤ ਸਿੰਘ who later fought. The boy was Bhagat Singh who later fought like a hero for India's freedom and sacrificed his life. ਉਹ ਮੁੰਡਾ ਭਗਤ ਸਿੰਘ ਸੀ ਜੋ ਬਾਅਦ ਵਿੱਚ ਚੱਲ ਕੇ ਭਾਰਤ ਦੀ ਸੁਤੰਤਰਤਾ ਲਈ ਇੱਕ ਹੀਰੋ ਦੀ ਤਰ੍ਹਾਂ ਲੜਿਆ ਅਤੇ ਆਪਣੀ ਜ਼ਿੰਦਗੀ ਦਾ ਬਲੀਦਾਨ ਦੇ ਦਿੱਤਾ. ਹਾਂਜੀ ਬੇਟਾ ਫਸਟ ਕੁਐਸਚਨ ਹੈ ਬਈ ਵੇਅਰ ਵਰ the elders were walking. Where were the elders walking? ਹਾਂਜੀ ਬੇਟਾ ਆ ਸੀਗਾ the elders were walking along the edge of a field. The elders were walking along the edge of a field. Next है भाई what was the boy doing? What was the boy doing? हाँ जी बेटा आंसर है the boy was sitting on the ground and seemed to be planting something. Seemed to be planting something. ये आ गया seemed to be planting something. Next question है बेटा आ देखो the boy was sitting on the ground and seemed to be planting something. Next है आ देखो what faith did the boy have? What
ਫੇਥ ਡਿਡ ਦਾ ਬॉय ਹੈਵ, ਉਹਦਾ ਕੀ ਵਿਸ਼ਵਾਸ ਸੀ, ਕੀ ਵਿਸ਼ਵਾਸ ਸੀਗਾ ਵੀ the boy have strong faith that gun would grow in the field। ਹਾਂਜੀ ਬੇਟਾ, ਇਹਨੂੰ ਤੁਸੀਂ ਸ਼ੁਰੂ ਕਰੋਗੇ the boy, ਆ ਦੇਖੋ ਇੱਥੋਂ the boy ਹਾਂਜੀ father looked back because he did not hear the footsteps of the boy। Bhagat Singh sacrificed his life for India's freedom। मैचिंग हुई, देखो एज, एज मीन्स बाउंड्री, फिर हैगा भी क्यूरीअस, क्यूरीअस मतलब इनक्वायरिंग, इनक्वायरी करना, कोई चीज़ लभण की कोशिश मतलब इनक्वायरी करना। इनोसेंट, ब्लेमलैस, निष्कपट, निष्पाप। वंडर, सरप्राइज, वंडर सरप्राइज। हाँ जी, बहुत बहुत मेहरबानी भाई।